अस्सलाम वालेकुम ख़वातीन और हज़रात, शुरू करते हैं आज का हस्ब हाल। मैं हूं जिसका मेज़बान जुनैद सलीम। नाज़रीन, शो का आगाज़ कर रहे हैं गाँव के मसाइल और उन मसाइल से निमटने के लिए गाँव की पंचायत। जी अस्सलाम वालेकुम जी। क्या हाल है जो भाई? शुक्र है अल्लाह दा जी। की आंदे ने कि आ साझा करिए गम अपना, आ साझा करिए गम अपना, फिर होरे कदी बैठिए ना। माली दा काम पानी देना है, भर भर मशका पावे। मालिक दा काम फल फुल लाना ते लावे या ना लावे। वाह जी वाह, वाह वाह। जुनैद साहब गल वे कि तुही हो शहरी बाबू है जी। आज तो आपके भाई और भतीजा साहब भी शहरी बाबू बने हुए हैं। ਇਹਨਾਂ ਨੂੰ ਦਫਾ ਕਰੋ। ਇਹ ਮੁੰਡਾ ਗਿਆ ਹਜੇ ਕਰੋਨੇ ਤੋਂ ਪਹਿਲੇ ਹਫਤੇ ਵਾਸਤੇ। ਉਥੇ ਹਫਤਾ ਹੀ ਗਿਆ ਜੇ ਦੁਬਈ, ਤੇ ਉਹਨਾਂ ਕਰੋਨੇ ਦੀ ਵਜ੍ਹਾ ਫਿਰ ਕੱਢ ਛੱਡਿਆ, ਤੇ ਦੁਬਈ ਹਫਤਾ ਰਹਿ ਗਿਆ ਆ ਕੇ ਤੇ ਪਿਓ ਨੂੰ ਵੀ ਪੈਂਟ ਸ਼ਰਟ ਪਵਾ ਲਈ। लेकिन दोनों अलग प्यारे रहे हैं वैसे पैंट शर्ट। शुक्रिया। ਤੇ ਹੁਣ ਤੁਹਾਡੇ ਸ਼ੋਅ ਚ ਨੇ ਤੇ ਤੁਸੀਂ ਕਹਿਣਾ ਹੀ ਹੈ। ਉਹ ਤਾਇਆ ਹੁਣ ਤੇ ਸਿੱਧੇ ਮੂੰਹ ਗੱਲ ਕਰ ਲੈ। ਉਹ ਛੱਡ ਦੇ ਪਰੇ, ਦਫਾ ਹੋ। ਬਾਊ ਜੀ ਇਹ ਪਿਆਰੇ ਨਹੀਂ ਲੱਗ ਸਕਦੇ ਭਾਵੇਂ ਭਰ ਭਰ ਮਸ਼ਕਾਂ ਪਾਈਏ। ਆਹੋ, ਜਦੋਂ ਇਹ ਉਰਲਾ ਬੰਦਾ 2 ਪੀਸ ਪਾ ਕੇ ਲੰਘਦਾ ਪਿੰਡ ਚੋਂ ਲੱਗਦਾ ਦੁੱਧ ਵਾਲੀ ਗੱਡੀ ਇੱਥੋਂ ਦੁੱਧ ਲੈਣ ਆਈ ਆ। ना यार, ओ परले जो चॉइस है वो तो खूबसूरत लग रहे, नार्वे के बहरी जहाज लग रहे। ਇਹ ਤੁਸੀਂ ਬਾਊ ਜੀ ਗੱਲਾਂ ਕਰਨ ਡਏ ਪਿੰਡ। ਮੈਂ ਜਦੋਂ ਲੰਘਿਆ ਨਾ ਬਾਜ਼ਾਰ ਦੇ ਵਿੱਚੋਂ ਤੇ ਨੰਗਿਆ ਨਹੀਂ ਗਿਆ। और नहीं यार, सुनो तो सही पूरी गल। क्या कह ਕਹਿ रहे ਰਹੇ ਸੀ ਕਿ ਵੀ ਆ ਗਏ ਨੇ ਮੁਹੰਮਦ ਅਲੀ ਸਾਹਿਬ। हैं? मोहम्मद अली साहब ऐसे भी थे कभी? ਜੁਨੈਦ ਸਾਹਿਬ ਇਹ ਸ਼ਹਿਰ ਆਏ ਜੇ ਨਾ, ਜਦੋਂ ਸੁਣਿਆ ਨੇ ਕਿ ਜੁਨੈਦ ਉਹਨਾਂ ਨੇ ਦਿੱਤਾ ਸੱਦਾ ਤੇ ਟੁਰੇ ਨੇ ਜਦੋਂ, ਤੇ ਏਡੇ ਤੇਜ਼ ਜੇ ਕਹਿੰਦੇ ਨੇ ਇੱਥੇ ਸੁਣਿਆ ਗਵਰਨਮੈਂਟ ਵਾਲੇ ਜਿਹੜੇ ਨੇ ਉਹ ਐਜੂਕੇਸ਼ਨ ਫੰਡ ਦੇਣ ਡਏ ਨੇ ਪੜ੍ਹਨ ਲਿਖਾਉਣ ਵਾਸਤੇ। अच्छा ਤੇ ਪੈਂਟਾਂ ਸ਼ਰਟਾਂ ਦੂਆਂ ਪਾ ਲਈਆਂ ਕਿ ਚਲੋ ਉੱਥੇ ਜਾ ਕੇ ਤੇ ਫੰਡ ਵੀ ਲੈ ਲਾਂਗੇ। अच्छा ਜੁਨੈਦ ਸਾਹਿਬ, ਮੈਂ ਸੋਚਿਆ ਤੁਹਾਨੂੰ ਅੱਜ ਜਾ ਕੇ ਵੀ ਗੁਜ਼ਾਰਿਸ਼ ਕਰਾਂ, ਖੁਦਾ ਦਾ ਵਾਸਤਾ ਜਿਹੜੇ ਤੁਸੀਂ ਵੱਡੇ ਵੱਡੇ ਲੋਕ, ਜਿਹੜੇ ਤੁਸੀਂ ਅਖਤਿਆਰਾਤ ਵਾਲੇ ਲੋਕ, ਬਾਖਤਿਆਰ ਲੋਕ ਜਿਹੜੇ ਬੈਠੇ ਹੋ ਸ਼ਹਿਰਾਂ 'ਚ, ਉਹ ਰੱਬ ਰਸੂਲ ਦਾ ਵਾਸਤਾ ਨੇ ਪਿੰਡਾਂ 'ਚ ਚੱਕਰ ਲਾਇਆ ਕਰੋ। ਤੁਹਾਡੀ ਮਿਹਰਬਾਨੀ। ਉਹ ਜਾ ਕੇ ਵੇਖੋ ਬਾਰਿਸ਼ਾਂ 'ਚ ਕੀ ਹਾਲਤ ਹੋ ਜਾਂਦੀ ਜੀ। ਜੁਨੈਦ साहब ऐसा डेंजरस वाकया होता है उसे, एडा एडा खतरनाक, आप कभी सोच नहीं सकते कि इस तरह तो होता है इस तरह की बारिशों में। जनेद साहब देखो गल वे कि कदों दा पिंड बने आ, कई बारी फंड उत्थे आए होणगे, कई बारी गवर्नमेंट ने पैसे दिते होणगे, जे नहीं दिते ते फिर बेहिसी 73-74 साल लंघ गए ने, ते जे दिते ने वो किधर गए फंड? ये इस सवाल का जवाब आप चौधरी साहब से लेना। इन चौधरी साहब से पहले इनके वालिद साहब चौधरी थे, उससे पहले उनके वालिद साहब चौधरी थे। इनसे पूछे फंड जाते कहाँ हैं? ਉਹ ਜੁਨੈਦ ਸਾਹਿਬ ਇਹਨਾਂ ਕੋਲੋਂ ਕੀ ਪੁੱਛੀਏ? ਇਹਨਾਂ ਦਾ ਕੋਠਾ ਤੇ ਸਾਡੇ ਸਾਹਮਣੇ ਹੀ ਉੱਚਾ ਹੁੰਦਾ ਜਾਂਦੇ ਆ। ਉਹ ਜਾਨ ਨਾਮਿਆ ਤੇਰੇ ਹੁੰਦਿਆਂ ਕਈ ਵਾਰੀ ਰੋੜੀ ਸਟਾਈ ਆ, ਇੱਟਾਂ ਸਟਾਈਆਂ, ਪਿੰਡ ਵਾਲੇ ਰਾਤੋਂ ਰਾਤ ਚੱਕ ਕੇ ਲੈ ਜਾਂਦੇ। ਇਹਦੇ ਚ ਮੇਰਾ ਕੀ ਕਸੂਰ ਹੈ ਬਾਊ ਜੀ? ਤੁਹਾਡੀ ਆਪਣੀ ਸ਼ਾਇਦ ਕਦੀ ਨਹੀਂ ਕਹਿ ਚੱਕੀ, ਐਡਾ ਸਾਨੂੰ ਚੂਚਾ ਨਾ ਸਮਝਿਆ ਕਰੋ। ਨਾਮਿਆ ਚੋਰੀ ਦੀ ਚੀਜ਼ ਨੂੰ ਜਿੰਨੇ ਹੱਥ ਲਾਣਾ ਫੈਰ ਨਾ ਮਾਰ ਦਿਆਂਗਾ। ਆ ਤੇ ਫੇਰ ਜਿਹੜਾ ਉਹ ਜਿਹੜਾ ਮਾਲ ਹੈ ਜਿਹੜਾ ਗਵਰਨਮੈਂਟ ਦਾ, ਉੱਥੇ ਵੀ ਫੈਰ ਕੱਢੋਣਾ ਆਪਣੇ। ਇੱਕ ਮੱਝ ਜੁਨੈਦ ਸਾਹਿਬ ਬਾਹਰ ਵੱਜੀ ਹੁੰਦੀ ਤੇ ਦੋ ਘੋੜੀਆਂ ਤੇ 6 ਸ਼ਿਕਾਰੀ ਕੁੱਤੇ ਨਾਲ ਬੰਨੇ ਨੇ ਚੌਧਰੀ ਸਾਹਿਬ ਨੇ ਫਾਸਤਾ ਉੱਤੇ। ज्यादा खतरा होता तो खुद भी खड़े हो जाते हैं। ਤੇ ਮੇਰਾ ਮਤਲਬ ਇਹ ਕਿ ਜਿਹੜੇ ਫੰਡ ਆਉਂਦੇ ਰਹੇ ਨੇ ਗਵਰਨਮੈਂਟ ਵੱਲੋਂ, ਅੱਜ ਤੱਕ ਜੁਨੈਦ ਸਾਹਿਬ ਪਿੰਡ ਦੀ ਇੱਕ ਸੜਕ ਨਹੀਂ ਜੇ ਪੱਕੀ। ਔਰ ਉੱਤੋਂ ਜੁਨੈਦ ਸਾਹਿਬ ਗੱਲ ਇਹ ਵੇ, ਮਸਲਾ ਇਹ ਹੈ ਕਿ ਖੁਦਾ ਦਾ ਵਾਸਤਾ ਜੇ ਕੋਈ ਇਨਸਾਨ ਵਸਣ ਡਏ ਨੇ, ਉਹ ਪਾਣੀ ਵਗਦਾ ਜਦੋਂ ਆਪਣਾ ਬਾਰਿਸ਼ਾਂ ਦਾ ਪੂਰਾ ਪਿੰਡ ਲੈ ਦੇ ਜਾਂਦਾ, ਚਿੱਕੜ ਏਡਾ ਏਡਾ। ਜੁਨੈਦ ਸਾਹਿਬ ਇਹੋ ਜਿਹਾ ਉੱਥੇ ਛੱਪੜ ਪੂਰੇ ਆ, ਰੱਬ ਜਾਣਦੇ ਤਰਾਰ ਹੀ ਪੂਰੀਆਂ ਨੇ। ਫਿਰ ਉੱਥੇ ਬਾਰਿਸ਼ਾਂ ਪੈਂਦੀਆਂ, ਫਿਰ ਉਹਦੇ ਛੱਪੜ ਬਣ ਜਾਂਦੇ। ਪਤਾ ਘਰੇ ਸੜਕ ਬਣਨੀ ਚਾਚਾ, ਇਹਨਾਂ ਦਿਲ ਮੇਰਾ ਕਰਦਾ ਸੜਕ ਤੇ ਮੈਂ ਪਿੰਡੇ ਨੂੰ ਤੇਲ ਲਾ ਕੇ ਉੱਤੇ ਲੇਟਣੀਆਂ ਲਾਵਾਂ। ਜਿੱਡਾ ਖਤਰਨਾਕ ਵਾਕਿਆ ਹੋਇਆ ਇਹਨਾਂ ਬਾਰਿਸ਼ਾਂ 'ਚ ਜੁਨੈਦ ਸਾਹਿਬ, ਇਹ ਤੇ ਅੱਲਾ ਨੇ ਪਿੰਡ ਦੀਆਂ ਇੱਜ਼ਤਾਂ ਰੱਖ ਲਈਆਂ, ਵਰਨਾ ਪਿੰਡ ਦੀ ਨਾਕੀ ਡੋਕ ਕੱਟੀ ਚੱਲੀ ਸੀ। ਅੱਜ ਸ਼ਾਮੀ ਉੱਥੋਂ ਪਰਤੇ ਜੇ ਆਪਣਾ ਰਾਣਾ ਸਾਹਿਬ ਵਾਢੀਆਂ ਤੋਂ, ਵਾਢੀਆਂ ਦੇ ਅੱਜ ਕੱਲ੍ਹ ਲੱਗੇ ਨਾ ਬੜੇ ਤਰਲੇ ਤੁਰਲੇ ਕਰਕੇ ਤੇ ਲੈ ਗਏ ਨੇ। ਉਹ ਨਾਮੇ ਹੋ ਰਹੀ ਆਂਦੇ ਨੇ, ਖੁਦਾ ਦਾ ਵਾਸਤੇ ਹੀ ਰਾਣਾ ਤੇਰੇ ਵਰਗੀ ਕੋਈ ਨਹੀਂ ਚਲਾਉਂਦਾ, ਦਾਤਰੀ ਆ ਜਾ ਤੇਰੀ ਮਿਹਰਬਾਨੀ, ਤੇ ਲੈ ਗਏ ਨੇ ਰਾਣਾ ਸਾਹਿਬ ਨੂੰ ਉੱਥੇ। यार सैकड़ों मुरब्बे अराजी के मालिक राणा साहब और खुद दातरी चलाते हैं। ਨਹੀਂ ਉਹ ਨਾਮੇ ਹੋ ਰਹੀ ਨੇ। ਇਹਨਾਂ ਦਾ ਤੇ ਆਪਣਾ ਜਿਹੜਾ ਨਾ ਜੀ ਸਿਲਸਿਲਾ,
ਉਹ ਅੱਲਾ ਦੀ ਰਹਿਮਤ ਨਾਲ ਮਿਹਨਤ ਕਸ਼ੀ ਹੈ। ਉਹ ਮੇਰੇ ਤੋਂ ਬਗੈਰ ਉਹ ਮਜ਼ਾ ਨਹੀਂ ਆਉਂਦਾ ਨਾ ਵਾਡੀਆਂ ਦਾ। ਮੈਂ ਉਹਦੇ ਨੰਗੇ ਪਿੰਡੇ ਵਿੱਚ ਕਲਾਬਾਜ਼ੀਆਂ ਮਾਰਨੀਆਂ ਹੁੰਦੀਆਂ, ਉਹ ਫਿਰ ਸਾਰੇ ਹੱਸਦੇ, ਫਿਰ ਸਾਰੇ ਮਜ਼ਾਕ ਕਮੀਜ਼ ਲਾ ਕੇ ਤੇ ਤੰਬੀ ਟੋਂਕ ਕੇ ਜਦੋਂ ਕਲਾਵਾਂ ਦੀਆਂ ਮਾਰਦਾ ਰਾਣਾ ਤੇ ਅੱਧੇ ਬੰਦੇ ਦੇ ਆਪੇ ਹੀ ਮੂੰਹੋਂ ਕੱਢਦੇ ਨੇ ਡੁੱਗ 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 ਡੁੱਗ। ਉਹ ਸ਼ੁਗਲ ਉੱਥੇ ਵੱਜਦਾ ਜੇ। तफन्नुन तबाह के लिए बुलाते हैं उसे। ਜ਼ਾਹਿਰ ਹੈ ਹੁਣ ਨਾਲ ਪਿੰਡ ਦੀ ਰਹਿਤਲ ਵੀ ਤੇ ਵਹਾਣੀ ਹੈ ਨਾ ਲੋਕਾਂ ਨੂੰ। ਤੇ ਜਨੈਲ ਸਾਹਿਬ ਉੱਥੋਂ ਸ਼ਾਮੀ ਕਿਧਰੇ ਹਨੇਰਾ ਪੈ ਗਿਆ, ਬਾੜੀਆਂ ਤੋਂ ਵਾਪਸ ਆਇਆ ਤੇ ਨਹੀਂ ਪਤਾ ਲੱਗਾ ਰਾਣਾ ਸਾਹਿਬ ਨੂੰ, ਤੇ ਘਬਰਾ ਕੇ ਕਿਧਰੇ ਸੜਕ ਦੀ ਬਜਾਏ ਪਰਲੇ ਪਾਸੇ ਹੋ ਗਏ ਨੇ ਤੇ ਸਿੱਧਾ ਛੱਪੜ 'ਚ ਤੇ ਗਾਹ ਇੰਡੀਆ ਨਹੀਂ ਜਨਾਬ, ਰਾਣਾ ਸਾਰਾ ਹੀ ਵਿੱਚ ਡੁੱਬ ਗਿਆ। ਦੇਖੋ ਨਾ ਤਰਾ, ਇਹ ਤਾਂ ਰੱਬ ਦਾ ਸ਼ੁਕਰ ਹੈ ਉੱਥੇ ਬੈਠੀਆਂ ਅਸ਼ਰਫ ਤੇਲੀ ਨੇ ਵੇਖ ਲਿਆ ਕਿਧਰੇ ਉਹ ਰਾਣਾ ਡੁੱਬਣ ਡੇ ਆ ਜੀ, ਤੇ ਭਾਜੜ ਪੈ ਗਈ ਪੂਰੀ, ਪਿੰਡ 'ਚ ਹਲਾਲਾ ਹੋ ਗਈ, ਰਾਣਾ ਡੁੱਬ ਚੱਲੇ ਆ ਜੇ ਦੌੜੋ। ਤੇ ਪਹੁੰਚਣ ਤੱਕ ਜਨੈਲ ਸਾਹਿਬ ਸਿਰ ਵੀ ਗਾਇਬ ਹੋ ਗਿਆ। ਦੇਖੋ ਨਾ ਤਰਾ, ਇਹ ਤਾਂ ਰੱਬ ਜਾਣਦਾ, ਉੱਤੋਂ ਹਨੇਰਾ ਪਤਾ ਹੀ ਨਾ ਲੱਗੇ ਰਾਣਾ ਹੈ ਕਿੱਥੇ। ਰਾਣਾ ਸਾਹਿਬ ਨੂੰ ਨੇਰੇ ਦਾ ਨਾ ਪਤਾ ਲੱਗੇ, ਨੇਰੇ ਨੂੰ ਰਾਣਾ ਸਾਹਿਬ ਦਾ ਨਾ ਪਤਾ ਲੱਗੇ। ਜਨੈਲ ਸਾਹਿਬ ਇਹ ਤੇ ਰੱਬ ਦਾ ਸ਼ੁਕਰ ਹੈ ਕਿ ਰਾਣਾ ਸਾਹਿਬ ਕੋਈ 4 ਜਮਾਤਾਂ ਪੜ੍ਹੇ ਨੇ, ਏਡੀ ਅਕਲਮੰਦੀ ਕੀਤੀ ਨੇ, ਰੋਣ ਦੀ ਬਜਾਏ ਨਾ ਮੂੰਹ ਬਾਹਰ ਕੱਢ ਕੇ ਤੇ ਹੱਸੇ ਨੇ ਉੱਚੀ ਉੱਚੀ। अच्छा दांत दिखाने। ਰੱਬ ਤੁਹਾਡੀ ਖੈਰ ਕਰੇ, ਇਹਨਾਂ ਨੂੰ ਸਮਝ ਆ ਗਈ ਕਿ ਇੰਜ ਤੇ ਮੈਂ ਕਿਸੇ ਨੂੰ ਨਜ਼ਰ ਹੀ ਨਹੀਂ ਆਉਣਾ, ਰੋਂਦਿਆਂ ਤੇ ਨਜ਼ਰ ਹੀ ਨਹੀਂ ਆਉਣਾ, ਹੱਸਾਂ ਕੋਈ ਚਿੱਟੀ ਸ਼ਾਇਦ ਬਾਹਰ ਆਵੇ। ਕੀਤਾ ਤਾਂ ਲੋਕ ਫਿਰ ਆਏ। ਇਹਦੇ ਜਦੋਂ ਫਿਰ ਰਾਣਾ ਸਾਹਿਬ ਹੱਸੇ ਨੇ ਤੇ ਦੰਦ ਬਾਹਰ ਨਿਕਲੇ, ਤੇ ਉਹ ਅੱਲਾ ਦਾ ਸ਼ੁਕਰ ਹੈ ਜੇਦਾ ਕਾਣਾ ਖਲੋਤਾ ਸੀ ਉੱਥੇ, ਇੱਕ ਅੱਖ ਨਾਲ ਹੀ ਉਹਨੇ ਵੇਖਿਆ ਹੁੰਦਾ ਉਹ ਜੇ ਰਾਣਾ ਸਾਹਮਣੇ। ਤੇਰੀ ਦੁਆ ਦਾ ਚਾਚਾ ਰਾਣਾ ਨਹੀਂ ਡੁੱਬ ਸਕਦਾ, ਜਾਂ ਸੁੱਕੀ ਲੱਕੜ ਨਹੀਂ ਡੁੱਬਦੀ ਬਾਊ ਜੀ, ਜਾਂ ਰਾਣਾ ਨਹੀਂ ਡੁੱਬਦਾ। ਰੱਬ ਧਾਰਦੀ ਹੀ ਰੱਖੇਗਾ ਪੁੱਤਰ, ਤੇਰੇ ਦੁਸ਼ਮਣ ਹੀ ਡੁੱਬਣੇ ਨੇ, ਤੂੰ ਕਦ ਲਈ ਡੁੱਬਣਾ। ਵਾਹ ਜੀ ਵਾਹ, ਵੇਖੋ ਗੁਲਾਬੀ ਸੂਟ ਤੋਂ ਕਾਲੀ ਐਨਕ ਲਾਈ, ਲੱਗਦਾ ਦੁੱਧ ਸੁੱਟ ਦੇ ਵਿੱਚ ਤੁਖ ਮਲੰਗਾਂ ਇਕੱਠੀਆਂ ਹੋਈਆਂ। ਉਹ ਜਾਣਦੇ ਹੋ ਚੌਰੀ ਸਾਹਿਬ, ਜੂੰ ਦਾ ਹਸਬੈਂਡ ਹੁੰਦਾ, ਤੁਸੀਂ ਮੇਰੇ ਰਾਣੇ ਦੇ ਦੁਆਲੇ ਹੁੰਦੇ। ਤੁਖ ਮਲੰਗਾ ਠੀਕ ਸੀ ਚਾਚਾ, ਇਹਨੇ ਜਿਹੜੇ ਇਕੱਠੀਆਂ ਕੀਤੀਆਂ ਨਾ ਚੌਰੀ ਨੇ। ਉਹ ਚੱਲ ਕੋਈ ਗੱਲ ਨਹੀਂ ਪੁੱਤਰ, ਬੁਰੀ ਗੱਲ ਹੈ ਨਾ, ਉਹ ਸਾਡੇ ਕੋਲ ਕਿਹੜੀਆਂ ਲੁਕੀਆਂ ਨੇ। ਯਾਦ ਨਹੀਂ ਪਿਛਲੇ ਰੋਜ਼ ਨੂੰ ਸਤੀਵੀਂ ਨੂੰ ਤੇਰੀ ਆਂਟੀ ਨੇ ਸ਼ੱਕਰ ਕੋਲੇ ਦੇ ਵਿੱਚ ਤੁਖ ਮਲੰਗਾ ਪਾ ਕੇ ਤੈਨੂੰ ਪਿਆਈਆਂ। तुम लोग को पैर रखते हुई आंटी पैर ਆਂਟੀ ਕਹਿੰਦਾ ਨਾ ਜੀ, ਫਿਰ ਪੜਾ ਲਿਖਾ लाडला दामाद है आपका। ਸੱਸ ਆਪਣੀ ਨੂੰ, ਬੇਗਮ ਮੇਰੀ ਨੂੰ ਆਂਟੀ ਕਹਿੰਦਾ। ਸੋ ਜੁਨੈਦ ਸਾਹਿਬ, ਜਦ ਵੀ ਬਾਰਿਸ਼ਾਂ ਆਉਂਦੀਆਂ ਨੇ ਤੇ ਜ਼ਿਹਨ ਚ ਆਉਂਦਾ ਹੈ ਕਿ ਇੱਧਰ ਵੀ ਕਿਸੇ ਦਾ ਧਿਆਨ ਪੁਆਈਏ, ਤੇ ਐਤਕੀ ਮੈਂ ਜਾ ਕੇ ਸਾਹਿਬ ਆਪਣਿਆਂ ਨੂੰ ਆਖਾਂਗਾ ਇਹ ਸਾਬੋ खुदा का ना जो इधर इसकी तरफ का तवज्जो दिलाएं गवर्नमेंट की। जुनैद साहब, ये इस तरह के जो छप्पड़ हैं, जो इस तरह के चिकड़ वाली जगह हैं, पानी खड़ा है जहाँ पे, वहाँ उसको पूर छोड़े, और सड़कों के उत्ते भी कोई 4 रोड़े पत्थर से पुआ छो, इंसान वास्ते ने उत्थे भी। हाँ जी, राणा बसदा उत्थे। इंसान नहीं बसता, राणा बसता है। ਤਾਇਆ ਜੇ ਸੜਕ ਉੱਚੀ ਹੋ ਗਈ ਤਾਂ ਤੁਹਾਡਾ ਘਰ ਨੀਵਾਂ ਹੋ ਜਾਣਾ ਜੇ। ਚੱਲ ਪੁੱਤਰ, ਨਿਉਂਦੀਆਂ ਨਹੀਂ ਭਾਗ ਲੱਗਦੇ ਹੁੰਦੇ ਨੇ, ਏਡੀ ਕਿਹੜੀ ਗੱਲ ਨਹੀਂ। ਤੁਸੀਂ ਘਰ ਉੱਚਾ ਕਰਕੇ ਕੀ ਕਰ ਲਿਆ? ਬਿਸਤਰ ਤੇ ਤੁਸੀਂ ਪਿੰਡ ਚ ਜਿਹੀ ਹੋਣ ਡਏ ਹੋ, ਤੇ ਇਹ ਰੱਬ ਦੀ ਰਹਿਮਤ ਨਾਲ ਅਸੀਂ ਨੀਵੇਂ ਵੇੜੇ ਵਾਲੇ ਵੀ ਰੱਬ ਦੀ ਰਹਿਮਤ ਨਾਲ ਹਰ ਬੰਦਾ ਰਾਣਾ ਸਾਹਿਬ ਕਹਿਣ ਦੇ। ਤਾਂ ਸਾਨੂੰ ਕੌਣ ਬੇਇੱਜ਼ਤ ਕਰਨ ਡਿਆ ਤਾਇਆ? ਉਹ ਛੱਡ ਦੇ ਇਹਨਾਂ ਗੱਲਾਂ ਨੂੰ, ਇਹ ਜਾ ਕੇ ਘਰ ਕਰ ਲਾਂਗੇ, ਬਥੇਰਾ ਟਾਈਮ ਹੈ ਹਲੇ। ਸੋ ਜੁਨੈਦ ਸਾਹਿਬ, ਵਜ਼ੀਰ ਆਜ਼ਮ ਸਾਹਿਬ ਨੂੰ ਫੋਨ ਕਰੋ, ਉਹਨਾਂ ਨੂੰ ਦੱਸੋ ਕਿ ਜਿਹੜੇ ਪਿੰਡ 'ਚ ਕਮ ਤੋਂ ਕਮ ਰਾਣਾ ਸਾਹਿਬ ਟੁਰਦੇ ਫਿਰਦੇ ਨੇ ਉਹਨੂੰ ਤੇ ਪੱਕਾ ਕਰਾਣ। देखो जी जुनैद साहब, हुकूमत का तो नहीं मैनू पता, पर जिदों सावन बादों की बारिशें होनी लगती हैं, मैं अपने भट्ठे तो केरी मकाना जी ट्राली उस रस्ते ते पवाना, फिर लोगों का आन जान लगा रहिंदा है। ਓਏ ਆਹੋ ਜਿਹੜੀਆਂ ਤੂੰ 10 ਟਰਾਲੀਆਂ ਸੁਟਾ ਬੈਠਾ ਕੇਰੀ ਦੀਆਂ, ਚੌਰੀ ਬੜਾ ਆਸਾਨ ਕੀਤਾ ਸੀ ਸਾਡਾ। ਆਣ ਜਾਣ ਲਾ, ਤੂੰ ਚੌਰੀ ਜਿਹੜਾ ਪਿੰਡ ਨੂੰ ਵੈਕਸੀਨ ਲਾਉਣ ਡੇ ਆਣ ਜਾਣ। जुनैद साहब, ये सारे चौंचले जो है ना, ये सिर्फ दिखावे के हैं। ਅਸੀਂ ਆਨੇ ਆ ਕਿ ਕੰਮ ਕਰੋ ਪੱਕਾ, ਨਿੱਗਰ ਕੰਮ ਹੋਣਾ चाहिए ताकि लोगों को आराम, सच्ची मुच्ची सहूलत मिले। हमको फ्रॉड नहीं चाह रहे, ये लोग फंड खा जाते हैं। ये जो अपना गांव के पिंडों के दूर दराज के लोग होते हैं, इनको पता होता है इधर वजीर आला या वजीर आजम का या वजीरों का फेरा नहीं लागना, तो इसलिए ये लोग जो है, ये उधर के जो छोटे सियासतदान होते हैं, वो फंड लेके तो खा जाते हैं। तो हम चाहते हैं कि इसके खिलाफ एक मुहिम शुरू की जाए,
ताकि रानों को भी पक्की सड़कें मिल सकें। का एक हिस्सा तो ये बना है ना कि तहिया कर ले कि आपने अमानतदार लोगों को वोट देना है अगले इलेक्शन। आप तो मानदारों ने भी देता तो हुण कुछ करना भी तो सही ना। हमें कोई पैसों की लालच नहीं है, हम रफाई काम चाहते हैं। हाँ, पैसे रब ने बड़े दिते ने, अल्लाह दी रहमत दे ਤੇ नाल। ਰੱਖੇ ਕਿੱਥੇ ਨੇ? ਕਰਦੇ ਆ 950 और रखे किथे ने, नजर नहीं आउंदे चपले जाइए। और ਜਿਹੜਾ ਘੁੰਮਣ ਵਾਲਾ ਭੰਗੂੜਾ ਹੁਣ ਬਣਵਾਇਆ ਰਾਣਾ ਸਾਹਿਬ ਨੇ, ਉਹ ਮੁਫਤ ਬਣ ਜਾਂਦਾ ਹੈ। ਜੁਨੈਦ ਸਾਹਿਬ ਪੁੱਛੋ ਤਾਂ ਸਹੀ ਜਾ ਕੇ ਵੈਲਡਰ ਕੋਲੋਂ ਕਿੰਨੇ ਪੈਸੇ ਉਹਨੇ ਲਏ। ਬੜਾ ਮਹਿੰਗਾ, ਉਹਦੇ ਥੱਲੇ ਘੁੰਮਣ ਵਾਲਾ ਬੈਰੰਗ ਹੀ ਪਿਸ਼ੌਰ ਤੋਂ ਉਰੋਂ ਨਹੀਂ ਲੱਭਿਆ। ਉਹ ਛੱਡ ਦੇ ਚੌਰੀ, ਰੱਬ ਦਾ ਨਾਂ ਹੀ 28000 ਰੁਪਇਆ ਲੱਗਾ ਜੇ ਜੁਨੈਦ ਸਾਹਿਬ ਸਿਰਫ ਭੰਗੂੜੇ ਤੇ ਉੱਤੇ ਜਿਹੜਾ ਲਾਹੌਰ ਪਿਸ਼ੌਰ ਕਰਾਚੀ ਲਹਾਇਆ ਗੁਜਰਾਂ ਵਾਲਾ, ਉਹਦਾ ਵੱਖਰਾ ਅਗਲੇ ਨੇ 750 ਰੁਪਇਆ ਲਿਆ। उसके ऊपर लिखा हुआ है चारों सूपों की जंजीर। ਰੱਬ ਦੀ ਰਹਿਮਤ ਨਾਲ ਲੈਣੀ ਇਨਵੈਸਟਮੈਂਟ ਤੁਹਾਡੇ ਪੂਰੇ ਪਿੰਡ 'ਚ ਹੋਰ ਕਿਹਨੇ ਕੀਤੀ ਹੈ? उस झूले से राणा साहब ने कुछ 4 पैसे कमाए भी हैं या नहीं? ਲੋ ਇੱਟ ਦੋ 11,500 ਰੁਪਇਆ ਉਹ ਤੋਂ ਹੋਇਆ। अच्छा ਸਾਰੇ ਦਸਾਂ ਵਾਲੇ ਇੰਨਾ ਢੇਰ ਲੱਗ ਗਿਆ। ਤੁਹਾਡੀ ਦੁਆ ਨਾਲ 1.5 ਮਣ ਆਟਾ ਇਕੱਠਾ ਹੋਇਆ। ਹਾਂਜੀ ਭੰਗੂੜੇ ਨਾਲ। अच्छा बच्चे आटा दे के भी झूले ਇਹਦੇ लेते 'ਚ हैं। ਜਾ ਜੁਨੈਦ ਸਾਹਿਬ ਪੈਸੇ ਨਾ ਹੋਣ ਤੇ ਬੱਚੇ ਪਿਆਲੇ 'ਚ ਲੈ ਆਉਂਦੇ ਨੇ ਆਟਾ। अच्छा ਹਾਂ ਬੱਚਾ ਨਾ ਨਹੀਂ ਕਰੀ, ਰੱਬ ਦਾ ਰੂਪ ਹੁੰਦਾ ਬੱਚੇ। हाँ, जिस रफ्तार से राणा साहब बिजनेस में आगे जा रहे हैं ना, मुझे लगता है कि राणा साहब ने सेंटोरस खरीद लेना है किसी दिन। ਜਨੇਦ ਪੁੱਤ, ਜਦੋਂ ਮੀਂਹ ਕਣੀ ਦਾ ਮੌਸਮ ਹੁੰਦਾ ਨਾ, ਰਾਣੇ ਨੂੰ ਛੱਤ ਤੇ ਬਿਸਤਰੇ ਲਾਉਣ ਨਹੀਂ ਭੇਜਦੇ। ਕਿਉਂ? ਕਿ ਬਿਜਲੀ ਰਾਣੇ ਤੇ ਪੈਣੀ ਹੈ ਤੇ ਸੜ ਬਿਸਤਰੇ ਵੀ ਜਾਣੇ ਆ। ਉਹ ਕਹੋ ਯਾਰ ਚੌਰੀ ਬੜਾ ਤੇਰਾ ਸਿੰਗਲ ਕਣੀ ਵਰਗਾ ਮੂੰਹ, ਤੈਨੂੰ ਐਡਾ ਕਾਹਦਾ ਤੈਨੂੰ ਸ਼ੋਖਾ ਹੋਇਆ, ਤੂੰ ਬਾਦੂਆਂ ਦੇਣ ਲੱਗ ਪਿਆ। ਅਸੀਂ ਤੇਰੀ ਇੱਜ਼ਤ ਕਰਨੇ ਆ ਜੁਨੈਦ ਸਾਹਿਬ, ਅਸੀਂ ਤੇ ਇਹਨੂੰ ਵੀ ਨਹੀਂ ਜੀ ਹੁਣ ਮੰਨਦੇ। ਰੱਬ ਜਾਣਦਾ ਕਿ ਪਿੰਡ ਦੀ ਹਾਲਤ ਹੀ ਬਰਬਾਦ ਇਸ ਬੰਦੇ ਨੇ ਕੀਤੀ ਹੈ। ਯਾ ਆਪਣੇ ਤੇਰੇ ਬੂਹੇ ਕੇ ਚਿਪਸਾਂ ਹੋ ਗਈਆਂ ਨੇ ਤੇ ਪਿੰਡ ਜਿਹੜਾ ਉਹ ਡੁੱਬਣ ਡਿਆ ਤੇ ਤੂੰ ਗੱਲਾਂ ਕਾਹਦੀਆਂ ਗੱਲਾਂ ਕਰਨਾ ਗੌਰੀ ਨਹਿਮਤੁੱਲਾ, ਜਿਹੜੀ ਮੇਰੇ ਬੂਏ ਦੇ ਚਿਪਸ ਹੈ ਮੇਰੇ ਜਾਤੀ ਮਾਲ ਦੀ ਹੈ। ਜ਼ਮੀਨ ਭਾਂਡਾ ਦਿੱਤਾ ਆ ਰੱਬ ਨੇ ਤੇ ਮੈਂ ਉਹ ਪੈਸੇ ਲਾਉਂਦਾ ਆ। ਓਏ ਆ ਤੈਨੂੰ ਕੱਲੇ ਨੂੰ ਦਿੱਤਾ ਜ਼ਮੀਨ ਭਾਂਡਾ, ਸਾਨੂੰ ਨਹੀਂ ਦਿੱਤਾ। ਅਸੀਂ ਬੁੱਕਾਂ 'ਚ ਪੀਣ ਡਏ ਆ। ਭਾਈਆ ਤੂੰ ਅਸਲ ਮਸਲਾ ਬਿਆਨ ਕਰਿਆ ਕਰ, ਤੂੰ ਰਾਣੇ ਦੇ ਸਿਰੇ ਗਾਉਣ ਲੱਗ ਪੈਣਾ। ਉਹ ਖਲੋ ਯਾਰ, ਤੂੰ ਵੀ ਜਿਹੜਾ ਪੈਂਟ ਕੋਟ ਪਾ ਕੇ ਪਾਗਲ ਹੋਇਆ। ਰੱਬ ਜਾਣਦਾ ਜੀ, ਇਹੋ ਜਿਹਾ ਸਾਡੇ ਬੜੇ ਅੱਬਾ ਜੀ ਦੱਸਦੇ ਹੁੰਦੇ ਨੇ, ਪਿੰਡ ਦਾ ਹੈਡ ਮਾਸਟਰ ਸੀ ਪ੍ਰਾਇਮਰੀ ਸਕੂਲ ਦਾ, ਤੇ ਰਿਟਾਇਰ ਹੋ ਕੇ ਪਾਗਲ ਹੋ ਗਿਆ। ਉਹਦੀ ਅੱਬਾ ਹੀ ਫੋਟੋ ਬਹਾਉਂਦੇ ਹੁੰਦੇ ਹਨ, ਉਹਨਾਂ ਦੇ ਨਾਲ ਖਲੋਤਾ ਸੀ, ਬਿਲਕੁਲ ਇਹਦੇ ਨਾਲ ਮਿਲਦੀ ਹਾਜੀ। ਅੱਗੇ ਇਹ ਪੁਲਿਸ ਤਾਂ ਨਹੀਂ ਪਤਾ ਲੱਗਦਾ, ਉਹ ਤਾਂ ਪੈਂਟ ਪਾ ਲਈ। जाने दो यार, इतने ग्रेसफुल लग रहे हैं। Thank you. इस तरह के बंदे अंग्रेजी फिल्मों में आमतौर पे मैयत पे बाजा बजा रहे होते हैं। ਬਾਊ ਜੀ ਤੁਸੀਂ ਵੀ ਹੁਣ ਸਾਨੂੰ ਜੁਗਤਾਂ ਸ਼ੁਰੂ ਹੋ ਗਏ ਹੋ। ਤੂੰ ਜੁਗਤ ਨੂੰ ਛੱਡ, ਜਿਹੜਾ ਬਾਊਰਾਂ ਨੇ ਬਾਜੇ ਤੇ ਉਂਗਲਾਂ ਚਲਾਈਆਂ ਨਾ, ਉਹ ਜਰਾ ਵੇਖੋ, ਸਰਕਾਰ ਵੀ ਰਾਣਾ ही ਜੇ। नाज़रीन, मुझे लेना एक छोटा सा वक्फा, हमारे साथ रहिएगा। अच्छा भाईजान, कल यानी पीर वाले दिन 27 सितंबर को दुनिया भर में सयाहत का दिन मनाया जा रहा है, यानी वर्ल्ड टूरिज्म डे मनाया जा रहा है जी। और ये जो टूरिज्म है, ये इस हुकूमत की टॉप प्रायोरिटीज़ में से एक प्रायोरिटी हमेशा से रही है जी। कुछ ऐसे भी हैं शोबे हैं टूरिज़म के जिन पर एतराज़ किया जा सकता है कि जनाब ये सिर्फ खानापुरी की गई है, इसमें अमली काम नहीं किया गया। और कुछ शोबे ऐसे हैं जिस पे इस हुकूमत ने खासी पेशरफ्त की है। उनमें से एक तो ये है कि 46 नए सयाहती मकामात जो हैं वो डेवलप किए गए हैं। कुछ मतलब नीम डेवलप है और कुछ फुली डेवलप है। फुली डेवलप का मतलब तो ये है कि उसमें आपने हर तरह की सहूलतें फराहम की हैं जी। लेकिन जो सबसे ज़्यादा आपको सुकम नज़र आता है, जो शॉर्टफॉल नज़र आता है इस सारी हुकूमती कोशिशों में, वो ये है कि उन सयाहती मकामात तक पहुँचने का रास्ता जो है ना जी, उस पर बहुत यानी ना तवज्जो देने के बराबर काम किया गया। अच्छा। यानी वहाँ पे सड़कों का निज़ाम, फिर वहाँ पे होटल, फिर वहाँ पे अवामी बैतुल खला, जो किसी भी जगह पर आप चंद घंटे गुजारने के लिए जाते हैं तो जो बुनियादी सहूलतें हैं वो वहाँ पे अभी तक नहीं फराहम की गई। लेकिन लोग हमारे सयाहत के इतने शौकीन हैं और इतने तरसे हुए हैं कि वो किसी भी जगह, किसी भी ऐसे मकाम पर सिर्फ नाम सुन के जाने के लिए बेताब हो जाते हैं। अभी आपने देखा होगा
کہ یہ بقر عید پہ، بڑی عید پہ یہ پہاڑی علاقوں کا رخ کرنے والوں کی تعداد جو ہے وہ 3 دنوں میں 26 لاکھ سے زیادہ تھی، اور جگہ جگہ آپ کو 2-3 دن سے زیادہ کے لیے ٹریفک جیم نظر آئے۔ وہاں پہ ڈسپلن کی کمی تھی، مس مینج تھا بہت زیادہ، حالانکہ حکومت کو چاہیے تھا کہ پہلے سے اس کو وہ پلان کرتی، اس کے لیے کسی نہ کسی حد تک یعنی انتظامات کرتی، کھانے پینے کی کمی تھی اور بہت زیادہ مس مینج تھا۔ انسینٹیو دینے چاہیے نا جی، وہاں پہ ہوٹلز بنانے کے لیے لوگوں کو، وہاں پہ ریسٹورنٹ بنانے کے لیے لوگوں کو، اس طرح کی بہت زیادہ مراعات دینی چاہیے۔ اور یہ موبائل کمپنیوں کا ہم نے پہلے بھی ایک دفعہ ذکر کیا تھا، ان کو کہنا چاہیے کہ بھائی وہاں پہ آپ اپنے سگنلز کا بندوبست کریں، وائی فائی کا بندوبست کریں، چونکہ یہ بڑی اہم ضرورتیں ہیں۔ اور پھر خاص طور پہ ٹوائلٹ کا ذکر کیا تھا جیسے میں نے ذکر کہ وہ بے شمار جگہوں پہ نہیں ہے۔ اب وہ دیکھو کیا رہا ہے کہ ہم نا عام طور پہ اپنا جو لوکل ٹورزم ہے نا، اس کو ٹورزم سمجھتے نہیں ہے۔ جب بھی ٹورزم کا لفظ آتا ہے تو ہمارے ذہن میں انگریزی آتا ہے کہ جی باہر کے لوگ پاکستان کتنا آ رہے ہیں۔ دنیا میں جہاں پہ بھی جو یعنی ٹورسٹ سپاٹس ہیں نا، وہاں پہ اکثریت جو ہے نا وہ مقامی لوگوں کی ہے۔ آپ دیواریں چین پہ چلے جائیں، جی سر، چین کی دیواریں چین جو ہے وہاں پہ جا کے دیکھ لیں، لوکل لوگ بہت آتے ہیں، لاکھوں کروڑوں کی تعداد میں غیر ملکی آتے ہیں، لیکن پھر بھی وہ ان کی تعداد جو ہے مقامی باشندوں سے کم ہے۔ اور چین کی اپنی آبادی اتنی ہے کہ وہ مطلب 10 سال میں ایک دفعہ بھی دیواریں چین دیکھنے چاہیں تو بھی وہ جو ہے غیر ملکیوں کو کاٹ دیتے، پیچھے چھوڑ دیتے۔ تو ان یہ جو میں 3 دن عید کے بتا رہا ہوں، جو 26 لاکھ 27 لاکھ سیاح، مقامی سیاح جو ہیں وہ گئے ہیں نا، وہ اس سے فرق کیا پڑا ہے کہ وہاں کی مقامی جو اکانومی میں 26 ارب روپیہ سرکولیٹ کیا ہے، یعنی 26 ارب روپیہ خرچ ہوا ہے وہاں پہ، یعنی کم و بیش 1 لاکھ سیاح جو ہیں انہوں نے 1 ارب روپیہ خرچ کر دیا وہاں جا کے۔ اگر یہی وہاں ہوٹل ہوتے تو زیادہ خرچ ہوتا۔ ایگزیکٹلی، اور جتنے مس زیادہ مینج بہت زیادہ ہے جی، آج تک بہت مس مینج ہے۔ ہم 2-3 علاقے ہیں، مری شری ہے، وہ ناران کاغان، وہ سڑکیں بند ہو جاتی ہیں، بچوں کے ساتھ فیملیاں وہاں پھنسی ہوتی ہیں۔ یہ اس طرح کی چیزیں جو ہیں یہ بہت ساری اس وقت سامنے آتی ہیں جب ٹورزم کا موسم ہوتا ہے نا جی، تو ان دنوں میں ہمیں یاد آتا ہے، پھر وہ مک جاتا ہے، پھر ہم آرام سے تکیہ تھوڑا سا سدھا کر کے سر اوپر رکھ کے سو جاتے ہیں۔ اب ہو پتہ کیا رہا ہے، ہمیں خود بھی دیکھنا چاہیے، ہم کئی دفعہ اپنے اس شو میں اس بات کا ذکر کر چکے ہیں کہ ہم میں سے کتنے لوگ ہیں جو یہ دعویٰ کر سکتے ہیں کہ انہوں نے پورا پاکستان دیکھا ہوا ہے۔ اکثر لوگوں نے مطلب پنجاب میں رہنے والے کتنے فیصد لوگ ہیں جو افورڈ کر سکتے ہیں، لیکن انہوں نے بلوچستان نہیں پورا دیکھا ہوا۔ کتنے خوبصورت ہمارے نزدیک وہی، جیسے تم کہہ رہے ہو کہ مری کا غان، ناران، بس یہ 3 4 5 علاقے جہاں منہ اٹھا کے چلے جاتے ہیں۔ فورٹ منرو تو فورٹ منرو نہیں دیکھا ہوا۔ پاکستان کو اللہ تعالیٰ نے سب سے خوبصورتی اور فیاضی کے ساتھ نوازا ہوا ہے نا۔ اس قسم کے ٹورزم جو خوبصورتی دیکھنے آتے ہیں اس میں جھیلیں ہیں، جھیلیں پاکستان میں اتنی خوبصورت ہیں اور اتنی زیادہ ہیں کہ کئی جھیلوں کا تو خود ابھی پاکستانیوں کو نہیں پتا کہ یہاں پہ جھیل ہے، بالکل صحیح، مقامی لوگوں کو نہیں پتا کہ یہاں پہ اتنی خوبصورت جھیل ہے۔ ہم پہلے بھی اس کا ذکر کر چکے ہیں، بلوچستان کے کئی علاقوں میں بالکل جنت کے نظارے ہیں وہاں پہ، ایسی خوبصورت جھیلیں ہیں۔ بلوچستان کا تو یہ ہے کہ ہمارے بڑے پیارے ڈائریکٹر ہیں ٹیلی ویژن کے، کاشف نثار، وہ کوئٹہ کے ہیں، وہ کہتے ہیں جی کہ چمن کی طرف کا آپ سفر کر لیں نا، آپ ریل گاڑی کی وہاں پہ کوئی سرنگ ہے، وہ پاکستان کی سب سے لمبی سرنگ ہے، پھر کہتے ہیں کہ ادھر کا جو سفر کا نظارہ ہے وہ پاکستان پورے میں کہیں اور نہیں ہے۔ اتنی خوبصورت وہ بتاتے ہیں کاشف بھائی کہ جگہیں ہیں بلوچستان میں کہ آپ اگر ان کو ڈیولپ کر دیں ٹورزم کے حوالے سے تو آپ حیران ہو جائیں گے۔ ابھی یہ جو ہے نا بلوچستان کے جو خوبصورت سپاٹس ہیں نا، یہ صرف ان لوگوں نے جا کے دیکھے ہیں جن لوگوں کو ایڈونچر کا شوق ہے۔ مجھ جیسے جو سست اور کاہل لوگ ہیں جو 2 قدم بھی چلنے کے لیے تیار نہیں ہوتے، ان کے لیے کچھ نہیں ہے۔ یہ ہمارے معروف بیوروکریٹ نور الامین مینگل صاحب، انہوں نے مجھے بتایا تھا، اور ہم نے اپنے شو میں ان کی کھینچی ہوئی تصویریں بھی دکھائی تھی بلوچستان کی جھیلوں کی، بہت خوبصورت تھی۔ لوگوں کو تو یقین ہی نہیں آیا تھا کہ یہ بلوچستان کی جھیلیں ہیں، لیکن وہ خود بتاتے ہیں کہ کئی جھیلوں کو دیکھنے کے لیے ہمیں خود 12 13 کلومیٹر پیدل سفر کرنا پڑا، پہاڑی علاقوں میں سفر کرنا اور ریتلے صحراؤں میں سفر کرنا، لیکن صحرا کے بعد جو منظر سامنے آتا ہے وہ پھر جنت ہی ہوتی ہے۔ وہ تو ایک نخلستان ہے۔ ہاں اچھا، ہوتا ہے ہمارے پھر ذہن میں ایک اور بھی خام خیالی ہے، غلط فہمی ہے
کہ دنیا بھر سے ٹورسٹ جو ہیں وہ صرف یہ جھیلیں اور یہ پہاڑ اور سبزہ دیکھنے آتے ہیں. پوری دنیا سے جو لوگ زیادہ تر جو فورن ٹورسٹ ہیں وہ یہ چیزیں کم دیکھنے میں جاتا ہے, وہ زیادہ تر تاریخی مقامات دیکھنے جاتے ہیں. تاریخی مقامات میں ان کی دلچسپی زیادہ ہے اور ہماری سب سے کم دلچسپی جو ہے وہ تاریخی مقامات کی طرف ہے. ہم بدستور یعنی ٹورسٹ کو اٹریکٹ کرنے کے لیے انہی علاقوں کی طرف دیکھ رہے ہیں. مطلب آپ نے ساہیوال کے ہڑپا کو ڈیولپ کرنے کے لیے آج تک کیا کیا؟ ایک سائن بورڈ نظر نہیں آتا, سائن بورڈ تک نہیں لگایا. اور وہ کہہ رہا ہے کہ پچھلے یعنی 5 برسوں کے دوران پاکستان میں جو ٹورسٹ تاریخی مقامات دیکھنے ہیں نا, سارے فورن ٹورسٹ نہیں کہہ رہا, غیر ملکی سیاح سارے نہیں, جو صرف تاریخی مقامات دیکھنے کے لیے آئے ہیں نا پاکستان, 5 برسوں میں ان کی تعداد میں 121% اضافہ ہوا ہے. اس میں یہ کووڈ کے 2 سال 1.5 سال بھی شامل ہیں. 121% کا مطلب ہے کہ دگنے سے بھی زیادہ تعداد. اور کہتے ہیں کہ اگر یہ کووڈ نہ آتا تو پاکستان جو ہے وہ 3 سے 4 ارب ڈالر کما سکتا تھا ان 4-5 برسوں کے دوران, جس طرح حکومت نے یہ کوششیں کی ہیں اور باہر کے ٹورسٹ کو لانے. ابھی بھی اب حالات اگر اللہ کرے یہ کووڈ ذرا تھم جائے تو پھر بھی کہا جا رہا ہے کہ اگلے 2-3 برسوں کے دوران اور کچھ نہیں تو 2-2.5 ارب ڈالر تو ہم پھر بھی کمانے میں کامیاب ہو جائیں گے. اتنا کچھ ہے ہمارے پاس دکھانے کے لیے. مگر جو بیسک چیزیں ہیں نا جی وہ ابھی تک بھی بالکل نہیں بنی بنی ہوئی. بیڑا غرق کیا ادھر, جیسے ٹائلٹ سب سے پہلے جو سب سے اہم چیز اور سب سے مائنر لگتی ہے مگر سب سے ضروری چیز, پھر رہن سہن لوگوں کا. یہ بلوچستان کا جس کا ہم ذکر کر رہے ہیں ادھر ابھی تک سیکورٹی کے کوئی اچھے بندوبست نہیں کیے ہوئے ان لوگوں نے. اب لوگ جو ہیں وہ رسک تو نہیں نہ لیتے جان کا تو کوئی بھی, اور ادھر اگر آپ تھوڑا سا توجہ دیں تو وہ کوئی ایسا کو اللہ نہ کرے اللہ معاف کرے کوئی خطرناک مسئلہ بھی نہیں ہے ادھر بنا ہوا. ایسی تھوڑی سی توجہ کی ضرورت ہے اور وہ آپ بہترین کر سکتے ہیں. دیکھو سیکیورٹی کے حوالے سے تو اب جو عالمی سیاح ہیں نا ان کو اطمینان ہے. میں تمہیں ایک موٹی مثال دے دیتا ہوں کہ اس وقت آپ جتنی بھی ٹورزم کی جو ویب سائٹس ہیں, پیجز ہیں, بلاگز ہیں, ان پہ جا کے دیکھیں پاکستان کو, جو پاکستان سرچ ورڈ ہے نا وہ ٹاپ 5 کنٹریز میں آتا ہے. ارے واہ, یعنی دنیا کے سر فہرست جو 5 ملک ہیں ان میں پاکستان ڈسکس ہوتا ہے ٹورزم کے حوالے سے. تو اگر یعنی سیکیورٹی تھریٹ نہیں ہے کسی بھی ٹورسٹ کو یہاں پہ, ہاں وہ جو آپ بات کر رہے ہو کہ سہولتیں فراہم کی جائیں, اور سہولتیں بنیادی نوعیت کی ہیں, تھوڑی سی توجہ کی ضرورت ہے, اور اپنا فوکس جو ہے وہ تاریخی مقامات کی طرف زیادہ کیا جائے. فورن ٹورسٹ جو ہے وہ تاریخ دیکھنے آتا ہے, وہ تاریخ پڑھنے آتا ہے وہاں پہ. یار پوری دنیا میں لوگوں نے مختلف ملکوں کے سیاحتی اور تاریخی مقامات ہیں ان کے بارے میں, رومیو جولیٹ کا وہ دیکھ لیں جا کے, لوگوں نے کہانیاں گھڑی ہوئی ہیں ان ملکوں نے اور لوگ بلیو کرتے ہیں ان کی کہانیوں پہ. یہ دیکھ لو جہاں پہ ترکی کے وہ سارے حیا صوفیہ وغیرہ ہے, وہاں پہ پانی کا ٹینک دیکھنے کے لیے آپ جاتے ہیں اور بندہ نیچے جا کے کہتا ہے یار یہ میں کیا دیکھنے آیا ہوں جس کے لیے میں نے 40 لیرہ خرچ کر دیے, 40 لیرہ ٹکٹ ہے, وہ پانی کا ٹینک سا ہے دیکھنے کے لیے. بندہ جاتا ہے کہتا ہے یار یہ میں کیا دیکھنے کے لیے, اور کچھ بھی نہیں ہے, ایک بڑا سا پانی کا ٹینک ہے جس کے زمانے میں کہا جاتا ہے کہ کسی زمانے میں استنبول کو پانی یہاں سے فراہم کیا جاتا ہے, صرف یہ دیکھنے گئے ہیں. تو آپ کو اپنی چیز جو ہے وہ مارکیٹ کرنے کا طریقہ آنا چاہیے. ہمارا تو یہ شالامار باغ جو ہم نے کوئی کئی ایکڑ جگہ گھیری ہوئی ہے اس کے اندر آپ گھس جائیں تو وہ لگتا ہے کتیاں دا شیلٹر روم ہے, بالکل ایک برباد سی جگہ وہ بن گئی ہوئی ہے. وہ اندر جو ہیں وہ اب جھیلیں شیلیں سی وہ تالاب بنے ہوئے, وہاں کائیاں جمی ہوئی ہیں, گند پڑا ہوا ہے, بدبو آ رہی ہے, گھاس تک نہیں کٹی ہوتی. میں اور کوڈو ادھر ایک کمرشل کی ریکارڈنگ کر رہے تھے اور ہم سکوٹر پہ بیٹھ کے تو شاٹ دے رہے تھے. یہو جہا سکوٹر الٹے ہے, میں کہنا کہ اتنے گھاہ نہ وڈی وڈی اگی ہوندی تے کوڈو بیچارے دا اور چھوٹا جہا گیند بن جاتا. کافی عرصہ پہلے میں اسکردو گیا تھا تو میں نے کہا کہ یہ جو اسکردو ہے یہ واقعی, میں نے شاید ذکر بھی کیا تھا, بالکل ایسے لگتا ہے کہ جنت کا ایک ٹکڑا ہے. اسکردو کے ایک نہیں کئی مناظر ایسے ہیں. اس وقت میں سوچتا تھا کہ یہاں پہ فوری طور پہ جو ہے وہ فلائٹس ہونی چاہیے. اب میں یہ جان کے مجھے یہ خوشگوار حیرت ہوئی ہے کہ آج پاکستان کے مختلف علاقوں سے یومیہ اسکردو ایئرپورٹ پہ 12
फ्लाइट्स आती हैं, डेली 12 फ्लाइट्स। जहाँ कहीं हफ्ते में एक आया करती एक, हाँ हफ्ते में 1 या 2 आती थी, 3 आती, यौमिया 1 भी आ गई, लेकिन अब यौमिया 12 फ्लाइट्स कर दो आती हैं। अरे पाकिस्तान माशाल्लाह खूबसूरत है, ये गोगा नेपाली है, इधर सैर करने आया था फिर इधर ही रह गया। पाकिस्तान तो बड़ा खूबसूरत है। सर जी मैंने तो कहीं पे पढ़ा है कि ये कोविड के बाद इंटरनेशनल फ्लाइट का सिलसिला भी इधर स्कर्दू में शुरू होने वाला हाँ इंशाल्लाह वो भी एक बहुत बड़ा माइलस्टोन जी होगा। बिल्कुल सर। नाज़रीन यहाँ में लेना एक छोटा सा वक्फा, हमारे साथ रहिएगा। अच्छा प्यारे बच्चों, आज मैं आपसे एक सवाल पूछने लगा हूँ, जो बच्चा दुरुस्त जवाब देगा उसको नकद 1000 रुपया इनाम मिलेगा। सवाल ये है बच्चों कि आज तक बेस्ट एयर फिल्टर किसको समझा जाता है और वो किसने बनाया था, उसका मुजद कौन था? मुझे बता। ये बताएं। सर गाड़ियों में जो एयर फिल्टर, सर वो एयर फिल्टर अल्लाह पाक ने बनाया और उस एयर फिल्टर का नाम है नाक। शाबाश, या वेरी तुम नोज भी वेल। कह सकते थे, कंडल बाती मेरी तो नोज भी कह सकते हैं, नोज। यार उन्होंने उर्दू में सवाल किया तो जवाब उर्दू में ही दूंगा ना मैं। वाह बहुत अच्छे बेटा, मुझे फख्र है आपका उस्ताद हूं। सर दाद ना दें, पैसे दें। बेटा जो आपने चंद दिन पहले मुझसे ये कह के 10,000 रुपया लिया था कि आपकी बकरी भूख से मर रही है, उसमें 10,000 में से 9,000 मुझे वापस कर देना, 1,000 कट गया, ठीक है? पहली बात तो ये है बकरी भूख में मर रही है, ऐसी फलस्तीन रहने है। दूसरी बात ये है सर कि टोटल 7,000 की बकरी है, 10,000 का चारा कहां से उसको डाल। मेरी बात सुनो, 7,000 की कौन सी बकरी है? 2 टंगों वाली बकरी थी। सर वो जितने की भी आई थी पार्टनरशिप पे ली थी सर मेरा उसमें 7,000 ही था सर। सर काइंडली ये फजूल बातों को छोड़े सर, एजुकेशन की तरफ आए, मेरे कैरियर का मसला है सर। जी सर, दुनिया में 2 ही कैरियर इंपॉर्टेंट है, एक साइकिल कैरियर है और एक इसका कैरियर। मैं आपका कैरियर सुन के विड्रा कर चुका। अच्छा जी, नाक को दुनिया का बेहतरीन एयर फिल्टर क्यों कहा जाता है? इसलिए कि हमारी नाक के अंदर हजारों लाखों की तादाद में बाल और रिसेप्टर्स लगे होते हैं जो हवा के जरिए हमारी नाक में जरासीम, वायरस, पोलन, डस्ट, गर्दो गुबार जो भी आता है उसको ब्लॉक कर देते हैं। उसके बाद ये फिल्टर एक ऐसा काम करता है कि जो बाहर से हम हवा अंदर लेके जाते हैं तो हमारी जो नेजल कैविटी होती है उसमें छोटे छोटे गड्ढे बने होते हैं, वहां जाके जो मॉइस्चर शामिल होता है उस हवा में, जो उसका टेम्परेचर जो है हमारे बॉडी टेम्परेचर के मुताबिक कर देता है। वो दोनों टेम्परेचर एक जैसे हो जाते हैं, फिर ये हवा जो है हमारे फेफड़ों में जाती है। सुभान अल्लाह। ये सारे काम कोई एक फिल्टर दुनिया में नहीं कर सकता। तो सर ये जो जापान की गाड़ियां हैं उनमें तो इतना इतना बड़ा फिल्टर लगा होता है, खुद जापानियों को छोटे छोटे फिल्टर होते हैं। चीनियों और जापानियों में छोटे छोटे फिल्टर लगे होते हैं ना, वो गाड़ियों के फिल्टर से 100 गुना ज्यादा अच्छा काम कर रहे हैं। अच्छा जी, नाक का बुनियादी काम क्या है? सर सूंघना और क्या? अच्छा, आमतौर पर यही समझा जाता है कि नाक सूंघता है। जी नाक सूंघता नहीं है जी। इंसानी नाक के अंदर 1 करोड़ के लगभग जो है वो ऑल्फैक्टरी नर्व्स होती हैं, या आप समझ लें रिसेप्टर्स होते हैं जो मुख्तलिफ किस्म की खुशबुएं और बदबुएं जो हैं वो जमा करके दिमाग तक पहुंचाते हैं, फिर दिमाग उसको असल में स्मेल करता है। वाह वाह। और ये तो आपने सुन ही लिया होगा वबा के इन दिनों में कि जब इंसान को कोरोना होता है तो उसकी इब्तदाई अलामतों में से एक अलामत ये है कि उसके सूंघने की और चखने की जो सलाहियत है वो ख़त्म हो जाती है। और फिर आपने साथ ये भी सुना होगा कि किसी बेचारे मजलूम शौहर ने अपनी बीवी को ये कह दिया था कि क्या अजीब सा जायका है, ना तुम्हारे खाने में खुशबू है ना उसका कोई जायका है। तो बीवी ने फिर फौरन जो है हेल्थ डिपार्टमेंट को फ़ोन कर दिया था कि मेरे शौहर को कोरोना हो गया, आके इसको पकड़े और कोरोना सेंटर ले तो जब वो 15 दिन जबरदस्ती वहां रह के आया तो वो बीवी ने चाहे पानी भी बॉयल किया होता था, वो कहता हाँ क्या खुशबू आ रही है, क्या जबरदस्त अरोमा है। अच्छा सर जी, इसका मतलब ये है कि जब मैं खरबूजा सूंघता हूँ तो खरबूजा पनाह मांगने लग जाता है। नहीं सर जी, फिर मेरा दिमाग बताता है कि ये मीठा है या फीका है। ना मस्कीन आदमी ने कोई परफ्यूम की बात नहीं की, कोई सेंट की, खरबूजियां दी पई।
خوشبو کی گفتگو میں بھی خربوزے یاد آ رہے ہیں. جس کا پتہ ہی نہیں پھیکا نکلنا کہ میٹھا نکلنا ہے. بیٹا دیکھیں عام طور پہ تو دماغ ہی بتاتا ہے, لیکن آپ کے معاملے میں میں بتانے سے قاصر ہوں کہ کتنا آپ کا دماغ ہے. پیٹ بتاتا ہے آپ کا پیٹ. اچھا بچوں, آج میں نے دانستہ طور پہ ناک کا اس لیے ذکر کیا ہے کہ کرونا کی وبا عام ہے اور کچھ باتیں ایسی ہیں جو ہمارے سمجھنے کے لیے ضروری ہیں. جی. چھینک کا سٹائل جو ہے 90% وراثتی ہوتا ہے, یعنی چھینکنے کا انداز اور چھینک کی جو آواز ہوتی ہے وہ 90% وہی ہوتی ہے جو آپ کے ماں یا باپ کی طرف سے آپ کو وراثت میں ملی ہوتی ہے, اسی طرح آپ چھینکتے ہیں. بڑی گل ہے, ہمیں وراثت میں زمین پانڈا کوئی ملا نہیں, ماں باپ کی طرف سے یہ چھینکیں ہی ملی ہیں. یعنی آپ کو ماں باپ کی طرف سے وراثت میں نزلہ زکام ملا. اچھا, جب ہم چھینکتے ہیں یہ سمجھنا بہت ضروری ہے, یہ کرونا کے حوالے سے بھی. عام طور پہ جب ایک چھینک مارتے ہیں, آپ لوگ چھینکتے ہیں, تو 40,000 سے زیادہ قطرے جو ہیں وہ آپ پھینکتے ہیں. 40,000 سے زیادہ چھوٹے چھوٹے قطرے جو ہیں آپ پھیلاتے ہیں, ٹھیک ہے, اور وہ 100 کلومیٹر فی گھنٹہ کی رفتار سے وہ یعنی سفر کرتے ہیں باہر. یعنی کوئی چھینک نہیں ہے, فوارہ ہے سر. ہاں, اور نارمل چھینک کے قطرے 5 فٹ دور تک جاتے ہیں. اچھا جی سر جی, 40,000 کے ہوتے ہیں قطرے؟ جی سر یہ ایجوکیشن میری پہنچ سے دور ہے سر. سر یہ نارمل, یہ اس کا ویسے ہی ایجوکیشن سے دل اچاٹ ہو رہا ہے. اچھا سر ان کے محلے میں شادی تھی, اس نے اس میں کراکری والوں کی 2 کرسیاں چوری کر آپ سارے بچوں میں سے اگر مجھے کسی کے زندگی میں آگے بڑھنے کی امید ہے نا تو وہ یہی بچہ ہے. ظاہر ہے سر, اس کے آگے کسی نے آنا ہی نہیں تو اس نے آگے ہی بڑھنا. یار کیا بات, میں انجن ہوں یار, آگے نہیں آنا. سر کی بات سنے, پھر میں بھی شکایت لگوں, سر یہ نا لڑکی بن کے نا محلے کے لڑکوں کو تنگ کرتا ہے. اچھا, ایک بات اور آپ کو بتانا ضروری ہے. جیسا میں نے بتایا تھا کہ ناک جو ہے وہ دنیا کا بہترین ایئر فلٹر ہے. جی. تو ناک کے بال جڑ سے نہیں اکھاڑنے چاہیے, کاٹ ضرور لیں, اگر آپ کو برے لگتے ہیں تو کاٹ ضرور لیں, کوشش کریں کہ آپ ان کو اکھاڑیں نہ. ایک اور دلچسپ فیکٹ جو ہے ناک کے بارے میں کہ ناک یا انسانی دماغ, جیسے میں نے کہا ناک نہیں سونگتا دماغ سونگتا ہے, تو انسان میں 10,000 قسم کی بو مطلب خوشبو اور بدبو دونوں, وہ 10,000 قسم کی بو جو ہے وہ اسمیل کر لیتا ہے, وہ ڈیٹیکٹ کر لیتا ہے. 10,000 قسم کی. اور عام طور پہ یہ سمجھا جاتا ہے کہ کتا جو ہے وہ دنیا میں سب سے زیادہ سونگنے کی قوت رکھتا ہے, قوت شامہ اس کی سب سے زیادہ تیز ہے. کتے سے بھی دگنی قوت شامہ جو ہے وہ افریقن ہاتھی کی ہے. افریقن ہاتھی جو ہے وہ کتے سے دگنی قوت شامہ رکھتا ہے. سر اس کا مطلب ہے کہ ایئرپورٹ پہ پھر کتوں کی بجائے ہاتھی رکھے جائیں. آپ دیکھ لیں, آپ کے پچھلے ساتھی کے لیے ملازمت کا ایک موقع نکل آئے گا. سر یہ ادھر ملازم ہو گیا تو پھر سونگنا کس کو ہے. بہرحال سر, اللہ تعالیٰ نے انسان کی جو بناوٹ تیار کی ہے نا, جی, ہائے 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 ہائے, جس مرضی عضو کو آپ دیکھ لیں اس کی کارکردگی, اس کا کام, اس کی اہمیت, اس کا فنکشن حیران کر دیتا ہے, حیران کر دیتا ہے. اور اس کی اہمیت کا اس وقت انسان کو اندازہ ہوتا ہے جب وہ عضو خدا نخواستہ کام کرنا چھوڑ دیتا ہے. پھر انسان کو سمجھ آتی ہے کہ اللہ تعالیٰ نے ایک انسان کے اندر کیا کیا چیزیں فٹ کی ہوئی. میں کہتا ہوں سر, آج آپ نے یہ جو ناک کے متعلق باتیں بتائی ہیں, میں ایمان سے سوچتا ہوں کہ شکر ہے میری برادری میں ناک نہیں کٹ گئی, ورنہ میں ان ساری سہولتوں سے محروم ہو جاتا. اللہ نہ کرے, اللہ نہ. سر آپ نے آج ناک کی انفارمیشن دے کر میری آنکھیں کھول دی. سر یار اکھیں کھلوانیاں سن تے محلے چوں کسی پلوان کولوں تون تے مکا مروا لینا. ناظرین, یہاں مجھے لینی ایک چھوٹی سی کمرشل بریک, ہمارے ساتھ رہیے گا.